प्यारे बच्चों, ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਸਵਾਗਤ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ, ਸਾਈਬਰ ਵੀਕ 30 ਅਗਸਤ ਤੋਂ 4 ਸਤੰਬਰ ਤੱਕ ਚੱਲਣਾ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਾਈਬਰ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਜਾਣਦੇ ਹਾਂ ਸਾਈਬਰ ਕੀ ਹੈ। Meaning of cyber. The word cyber denotes a relationship with information technology, that is, computers. It can relate to all aspects of computing, including storing data, protecting data, accessing data, processing data, transmitting data, and linking data. शब्द साइबर सूचना तकनोलॉजी अर्थात कंप्यूटਰਾਂ ਨਾਲ ਸੰਬੰਧ ਨੂੰ ਦਰਸਾਉਂਦਾ ਹੈ। ਇਹ ਕੰਪਿਊਟਿੰਗ ਦੇ ਸਾਰੇ ਪਹਿਲੂਆਂ ਨਾਲ ਸੰਬੰਧਿਤ ਹੋ ਸਕਦਾ ਹੈ, ਜਿਸ ਵਿੱਚ ਡਾਟਾ ਸਟੋਰ ਕਰਨਾ, ਡਾਟਾ ਦੀ ਰੱਖਿਆ ਕਰਨਾ, ਡਾਟਾ ਨੂੰ ਐਕਸੈਸ ਕਰਨਾ, ਡਾਟਾ ਨੂੰ ਪ੍ਰੋਸੈਸ ਕਰਨਾ, ਡਾਟਾ ਸੰਚਾਰਿਤ ਕਰਨਾ ਅਤੇ ਡਾਟਾ ਨੂੰ ਜੋੜਨਾ ਸ਼ਾਮਿਲ ਹੈ। ਫਿਰ ਆ ਜਾਂਦਾ ਹੈ ਇੰਟਰਨੈਟ ਫਰਾਡ, ਜਿਸ ਨੂੰ ਕਿ ਆਪਾਂ ਆਨਲਾਈਨ ਫਰਾਡ ਵੀ ਕਹਿ ਸਕਦੇ ਹਾਂ। ਆਨਲਾਈਨ ਫਰਾਡ refers to fraudulent activities such as identity theft and financial frauds that are committed by using the internet. ਆਨਲਾਈਨ ਫਰਾਡ ਧੋਖਾਧੜੀ ਦੀਆਂ ਗਤੀਵਿਧੀਆਂ ਜਿਵੇਂ ਕਿ ਪਛਾਣ ਦੀ ਚੋਰੀ ਅਤੇ ਵਿੱਤੀ ਧੋਖਾਧੜੀ ਹੈ, ਜੋ ਇੰਟਰਨੈਟ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਕਿ ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ ਕਿ ਕੰਪਿਊਟਰ ਦੇ ਥਰੂ ਇੰਟਰਨੈਟ ਯੂਜ਼ ਕਰਕੇ ਕੋਈ ਇਨਫੋਰਮੇਸ਼ਨ ਜਦੋਂ ਆਪਾਂ ਚੁਰਾਉਂਦੇ ਹਾਂ ਜਾਂ ਕਿਸੇ ਦੀ ਪਛਾਣ ਚੋਰੀ ਕਰਦੇ ਹਾਂ, ਉਸ ਨੂੰ ਅਸੀਂ ਕੀ ਆਖਦੇ ਹਾਂ? ਇੰਟਰਨੈਟ ਫਰਾਡ। ਫਿਰ ਆ ਜਾਂਦਾ ਹੈ ਪੇਮੈਂਟ gateway. Payment gateway is an online payment service when integrated with the e-commerce platform is devised as the channel to make and receive payments. The procedure to receive payments, including the customer requiring to fill in some details like credit, debit card number, expiry date, and CVV. A payment gateway ਇੱਕ ਆਨਲਾਈਨ ਭੁਗਤਾਨ ਸੇਵਾ ਹੈ ਜੋ ਜਦੋਂ ਈ-ਕਮਰਸ ਦੇ ਪਲੇਟਫਾਰਮ ਦੇ ਨਾਲ ਇਕੱਤਰਿਤ ਹੁੰਦੀ ਹੈ, ਭੁਗਤਾਨ ਕਰਨ ਅਤੇ ਪ੍ਰਾਪਤ ਕਰਨ ਲਈ ਚੈਨਲ ਵਜੋਂ ਤਿਆਰ ਕੀਤੀ ਜਾਂਦੀ ਹੈ। ਭੁਗਤਾਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਗ੍ਰਾਹਕ ਨੂੰ ਕੁਝ ਵੇਰਵੇ ਭਰਨ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਕ੍ਰੈਡਿਟ ਡੈਬਿਟ ਕਾਰਡ ਨੰਬਰ, ਮਿਆਦ ਪੁੱਗਣ ਦੀ ਤਾਰੀਖ ਅਤੇ CVV। ਹੁਣ ਆਪਾਂ ਜਾਣਦੇ ਹਾਂ ਟੌਪ ਪੇਮੈਂਟ ਗੇਟਵੇਜ਼ ਕਿਹੜੇ ਹਨ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੋਏਗਾ ਪੇਟੀਐਮ, ਓਲਾ ਮਨੀ, ਫੋਨਪੇ, ਜੀਓ ਮਨੀ, ਐਮਾਜ਼ੋਨ ਪੇ, ਏਅਰਟੈਲ ਮਨੀ, SBI, ਪੇਪਾਲ, HDFC, ਬਿਲਡੈਸਕ, ਪੇਯੂ। ਇਹ ਕੁਝ ਟੌਪ ਪੇਮੈਂਟ ਗੇਟਵੇਜ਼ ਹਨ ਜੋ ਕਿ ਅੱਜ ਕੱਲ੍ਹ ਵਰਤੇ ਜਾ ਰਹੇ ਹਨ। ਫਿਰ ਆ ਜਾਂਦਾ ਹੈ OTP। What does OTP mean? OTP ਦਾ ਫੁੱਲ ਫਾਰਮ ਹੈ One Time Password. One Time Password system provides a mechanism for logging onto a network or service using a unique password that can only be used once, as the name suggests. OTP ਦਾ ਕੀ ਮਤਲਬ ਹੈ? ਵਨ ਟਾਈਮ ਪਾਸਵਰਡ ਸਿਸਟਮ ਇੱਕ ਵਿਲੱਖਣ ਪਾਸਵਰਡ ਦੀ ਵਰਤੋਂ ਕਰਦੇ ਹੋਏ ਇੱਕ ਨੈਟਵਰਕ ਜਾਂ ਸੇਵਾ 'ਤੇ ਲੌਗਇਨ ਕਰਨ ਦੀ ਇੱਕ ਵਿਧੀ ਪ੍ਰਦਾਨ ਕਰਦੇ ਹਨ, ਜੋ ਸਿਰਫ ਇੱਕ ਵਾਰ ਵਰਤਿਆ ਜਾ ਸਕਦਾ ਹੈ। ਤੁਸੀਂ ਆਪਣੇ ਫੋਨ 'ਤੇ OTP ਕੁਝ ਇਸ ਤਰ੍ਹਾਂ ਪ੍ਰਾਪਤ ਕਰਦੇ ਹੋ।
ਅਤੇ ਫਿਰ OTP ਫਿਲ ਕਰ ਦਿੰਦੇ ਹੋ। ਇਸ ਤਰ੍ਹਾਂ ਦੀ ਕੋਈ ਸਕਰੀਨ ਤੁਸੀਂ ਆਪਣੇ ਫੋਨ ਤੇ ਜ਼ਰੂਰ ਦੇਖੀ ਹੋਏਗੀ। ਫਿਰ ਆ ਜਾਂਦਾ ਹੈ ਨੈਟ ਬੈਂਕਿੰਗ। ਨੈਟ ਬੈਂਕਿੰਗ also known as online banking or internet banking. It's an electronic payment system. It allows you to conduct many different types of transactions through the internet from the comfort of your home. ਨੈਟ ਬੈਂਕਿੰਗ ਜਿਸ ਨੂੰ ਆਨਲਾਈਨ ਬੈਂਕਿੰਗ ਜਾਂ ਇੰਟਰਨੈਟ ਬੈਂਕਿੰਗ ਵੀ ਕਿਹਾ ਜਾਂਦਾ ਹੈ, ਇਹ ਇੱਕ ਇਲੈਕਟ੍ਰੋਨਿਕ ਭੁਗਤਾਨ ਪ੍ਰਣਾਲੀ ਹੈ। ਇਹ ਤੁਹਾਨੂੰ ਤੁਹਾਡੇ ਘਰ ਦੇ ਆਰਾਮ ਤੋਂ ਇੰਟਰਨੈਟ ਦੁਆਰਾ ਬਹੁਤ ਸਾਰੇ ਵੱਖ-ਵੱਖ ਪ੍ਰਕਾਰ ਦੇ ਲੈਣ ਦੇਣ ਕਰਨ ਦੀ ਆਗਿਆ ਦਿੰਦਾ ਹੈ। ਇੰਟਰਨੈਟ ਬੈਂਕਿੰਗ ਦੇ ਲਈ ਬੱਚਿਓ ਤੁਹਾਨੂੰ ਇੱਕ ਯੂਜ਼ਰ ID ਦੀ ਜ਼ਰੂਰਤ ਹੁੰਦੀ ਹੈ ਅਤੇ ਪਾਸਵਰਡ ਦੀ। ਇਹ ਤੁਹਾਨੂੰ ਤੁਹਾਡਾ ਬੈਂਕ ਪ੍ਰੋਵਾਈਡ ਕਰਦਾ ਹੈ, ਜਿਸ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੁੰਦਾ ਹੈ। ਫਿਰ ਆ ਜਾਂਦਾ ਹੈ ਕ੍ਰੈਡਿਟ ਕਾਰਡ। Credit card issued by financial institutions. Credit card gives customers a preset credit limit which he can use to pay for his purchases without having to pay in cash or issuing a check. The credit limit of the card is decided by the financial institution depending on the customer's credit score and monthly income. ਵਿੱਤੀ ਸੰਸਥਾਵਾਂ ਦੁਆਰਾ ਜਾਰੀ ਕੀਤੇ ਗਏ ਕ੍ਰੈਡਿਟ ਕਾਰਡ ਨੂੰ ਇੱਕ ਪੂਰਵ ਨਿਰਧਾਰਿਤ ਕ੍ਰੈਡਿਟ ਸੀਮਾ ਦਿੰਦੇ ਹਨ, ਜਿਸ ਦੀ ਵਰਤੋਂ ਉਹ ਨਕਦ ਭੁਗਤਾਨ ਕੀਤੇ ਬਿਨਾਂ ਜਾਂ ਚੈੱਕ ਜਾਰੀ ਕੀਤੇ ਬਿਨਾਂ ਆਪਣੀ ਖਰੀਦਾਰੀ ਲਈ ਭੁਗਤਾਨ ਕਰਨ ਲਈ ਕਰ ਸਕਦਾ ਹੈ। ਕਾਰਡ ਦੀ ਕ੍ਰੈਡਿਟ ਸੀਮਾ ਵਿੱਤੀ ਸੰਸਥਾ ਦੁਆਰਾ ਗ੍ਰਾਹਕ ਦੇ ਕ੍ਰੈਡਿਟ ਸਕੋਰ ਅਤੇ ਮਾਸਿਕ ਆਮਦਨੀ ਦੇ ਆਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਕੁਝ ਇਸ ਤਰ੍ਹਾਂ ਦਾ ਦਿਖਦਾ ਹੈ ਬੱਚਿਓ। ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਹੀ, ਕ੍ਰੈਡਿਟ ਕਾਰਡ ਦੀ ਸੀਮਾ ਇੱਕ ਗ੍ਰਾਹਕ ਦੇ ਕ੍ਰੈਡਿਟ ਸਕੋਰ ਅਤੇ ਉਸਦੀ ਮਾਸਿਕ ਆਮਦਨੀ ਤੇ ਨਿਰਧਾਰਿਤ ਹੁੰਦੀ ਹੈ। ਕ੍ਰੈਡਿਟ ਕਾਰਡ ਦੀ ਵਰਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਪੇਮੈਂਟ ਕਰਨ ਲਈ ਵਰਤ ਸਕਦੇ ਹੋ। ਫਿਰ ਆ ਜਾਂਦਾ ਹੈ ਡੈਬਿਟ ਕਾਰਡ। Debit card is a payment card that deducts money directly from a consumer's checking account when it is used. They can be used to buy goods or services or to get cash from an ATM. ਇੱਕ ਡੈਬਿਟ ਕਾਰਡ ਇੱਕ ਭੁਗਤਾਨ ਕਾਰਡ ਹੁੰਦਾ ਹੈ ਜੋ ਉਪਭੋਗਤਾ ਦੇ ਚੈਕਿੰਗ ਖਾਤੇ ਤੋਂ ਸਿੱਧਾ ਪੈਸੇ ਕਟਵਾਉਂਦਾ ਹੈ। ਜਦੋਂ ਇਸ ਨੂੰ ਵਰਤਿਆ ਜਾਂਦਾ ਹੈ, ਉਹਨਾਂ ਦੀ ਵਰਤੋਂ ਸਮਾਨ ਜਾਂ ਸੇਵਾਵਾਂ ਖਰੀਦਣ ਲਈ ਕੀਤੀ ਜਾ ਸਕਦੀ ਹੈ ਜਾਂ ATM ਮਸ਼ੀਨ ਚੋਂ ਕੈਸ਼ ਕਢਵਾਉਣ ਦੇ ਲਈ। ਡੈਬਿਟ ਕਾਰਡ ਕੁਝ ਇਸ ਤਰ੍ਹਾਂ ਦਾ ਦਿਖਦਾ ਹੈ ਬੱਚਿਓ। ਫਿਰ ਆ ਜਾਂਦਾ ਹੈ spyware. Spyware is software with malicious behavior that aims to gather information about a person or organization and send it to other entity in a way that harms the user. For example, by violating their privacy or endangering their device security. Spyware ਇੱਕ ਖਤਰਨਾਕ ਵਿਵਹਾਰ ਵਾਲਾ ਸੌਫਟਵੇਅਰ ਹੈ ਜਿਸ ਦਾ ਉਦੇਸ਼ ਕਿਸੇ ਵਿਅਕਤੀ ਜਾਂ ਸੰਗਠਨ ਬਾਰੇ ਜਾਣਕਾਰੀ ਇਕੱਤਰ ਕਰਨਾ ਅਤੇ ਕਿਸੇ ਹੋਰ ਸੰਸਥਾ ਨੂੰ ਇਸ ਤਰੀਕੇ ਨਾਲ ਭੇਜਣਾ ਹੈ ਜੋ ਉਪਭੋਗਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਦਾਹਰਨ ਲਈ, ਉਹਨਾਂ ਦੀ ਗੋਪਨੀਯਤਾ ਦੀ ਉਲੰਘਣਾ ਕਰਕੇ ਜਾਂ ਉਹਨਾਂ ਦੇ ਉਪਕਰਣ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਕੇ। ਜਿਸ ਤਰ੍ਹਾਂ ਕਿ ਤੁਸੀਂ ਇਹ ਪਿਕਚਰਸ ਦੇਖ ਰਹੇ ਹੋ, ਇਸ ਦੇ ਵਿੱਚ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਦੇ ਵਿੱਚ ਕੁਝ ਡਾਟਾ ਚੋਰੀ ਕੀਤਾ ਜਾ ਰਿਹਾ ਹੈ ਤੇ ਇਹ ਡਾਟਾ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਹੈ ਜੋ ਕਿ ਤੁਹਾਡੀ ਕੰਪਿਊਟਰ ਨੂੰ ਹਾਰਮ ਪਹੁੰਚਾ ਸਕਦਾ ਹੈ ਜਾਂ ਤੁਹਾਡੀ ਇਨਫੋਰਮੇਸ਼ਨ ਚੋਰੀ ਕਰ ਸਕਦਾ ਹੈ। ਫਿਰ ਆ ਜਾਂਦਾ ਹੈ malware. Malware software that is specifically designed to disrupt, damage or gain unauthorized access to a computer system.
ਮਾਲਵੇਅਰ ਸੌਫਟਵੇਅਰ ਜੋ ਖਾਸ ਤੌਰ 'ਤੇ ਕੰਪਿਊਟਰ ਪ੍ਰਣਾਲੀ ਵਿੱਚ ਵਿਘਨ ਪਾਉਣ, ਨੁਕਸਾਨ ਪਹੁੰਚਾਉਣ ਜਾਂ ਅਣਅਧਿਕਾਰਿਤ ਪਹੁੰਚ ਪ੍ਰਾਪਤ ਕਰਨ ਲਈ ਤਿਆਰ ਕੀਤਾ ਗਿਆ ਹੈ। ਫਿਰ ਆ ਜਾਂਦਾ ਹੈ ਵਾਇਰਸ। ਵਾਇਰਸ ਤੋਂ ਵੀ ਤੁਸੀਂ ਸਾਰੇ ਜਾਣੂ ਹੋ। A computer virus is a type of computer program that when executed replicates itself by modifying other computer programs and inserting its own code. If this replication succeeds, the affected areas are then said to be infected with the computer virus. ਕੰਪਿਊਟਰ ਵਾਇਰਸ ਇੱਕ ਕਿਸਮ ਦਾ ਕੰਪਿਊਟਰ ਪ੍ਰੋਗਰਾਮ ਹੁੰਦਾ ਹੈ ਜਿਸ ਨੂੰ ਚਲਾਉਣ ਵੇਲੇ ਦੂਜੇ ਕੰਪਿਊਟਰ ਪ੍ਰੋਗਰਾਮਾਂ ਨੂੰ ਸੋਧ ਕੇ ਅਤੇ ਆਪਣਾ ਕੋਡ ਪਾ ਕੇ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੇ ਇਹ ਪ੍ਰਤਿਰੂਪਣ ਸਫਲ ਹੋ ਜਾਂਦਾ ਹੈ ਤਾਂ ਪ੍ਰਭਾਵਿਤ ਖੇਤਰਾਂ ਨੂੰ ਫਿਰ ਕੰਪਿਊਟਰ ਵਾਇਰਸ ਨਾਲ ਸੰਕਰਮਿਤ ਕਿਹਾ ਜਾਂਦਾ ਹੈ। ਅਗਰ ਤੁਹਾਡੇ ਕੰਪਿਊਟਰ ਤੇ ਵਾਇਰਸ ਆ ਜਾਵੇ ਬੱਚਿਓ ਤਾਂ ਤੁਹਾਡੀਆਂ ਉਹ ਬਹੁਤ ਸਾਰੀਆਂ ਫਾਈਲਸ ਨੂੰ ਡੈਮੇਜ ਕਰ ਦਿੰਦਾ ਹੈ ਜੋ ਕਿ ਦੂਸਰੀਆਂ ਹੋਰ ਫਾਈਲਾਂ ਨੂੰ ਚੱਲਣ ਤੋਂ ਰੋਕ ਦਿੰਦੀ ਹੈ, ਜਿਸ ਕਾਰਨ ਕਿ ਸਾਡੀਆਂ ਫਾਈਲਸ ਕਰਪਟ ਹੋ ਜਾਂਦੀਆਂ ਹਨ। ਇਸ ਨੂੰ ਰੋਕਣ ਦੇ ਲਈ ਅਸੀਂ ਕੀ ਕਰਦੇ ਹਾਂ? ਐਂਟੀਵਾਇਰਸ। A computer antivirus is a kind of software used to prevent, scan, detect, and delete viruses from a computer. Once installed, most antivirus software runs automatically in the background to provide real-time protection against virus attacks. ਐਂਟੀਵਾਇਰਸ ਬੱਚੇ ਜਦੋਂ ਕੰਪਿਊਟਰ ਤੇ ਅਸੀਂ ਇੰਸਟਾਲ ਕਰ ਦਿੰਦੇ ਹਾਂ ਤਾਂ ਇਹ ਆਟੋਮੈਟਿਕਲੀ ਹੀ ਬੈਕਐਂਡ ਤੇ ਚੱਲਦਾ ਰਹਿੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਾਇਰਸ ਅਟੈਕਸ ਨੂੰ ਸਾਡੇ ਕੰਪਿਊਟਰ ਤੇ ਹੋਣ ਤੋਂ ਰੋਕਦਾ ਹੈ। ਕੰਪਿਊਟਰ ਐਂਟੀਵਾਇਰਸ ਇੱਕ ਕਿਸਮ ਦਾ ਸੌਫਟਵੇਅਰ ਹੈ ਜੋ ਕੰਪਿਊਟਰ ਤੋਂ ਵਾਇਰਸਾਂ ਨੂੰ ਰੋਕਣ, ਸਕੈਨ ਕਰਨ, ਖੋਜਣ ਅਤੇ ਮਿਟਾਉਣ ਲਈ ਵਰਤਿਆ ਜਾਂਦਾ ਹੈ। ਇੱਕ ਵਾਰ ਸਥਾਪਿਤ ਹੋਣ ਤੋਂ ਬਾਅਦ ਜ਼ਿਆਦਾਤਰ ਐਂਟੀਵਾਇਰਸ ਸੌਫਟਵੇਅਰ ਵਾਇਰਸ ਦੇ ਹਮਲਿਆਂ ਤੋਂ ਅਸਲ ਸਮੇਂ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਬੈਕਗ੍ਰਾਉਂਡ ਵਿੱਚ ਆਪਣੇ ਆਪ ਚੱਲਦੇ ਹਨ। ਧੰਨਵਾਦ ਬੱਚਿਓ। ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਸਾਈਬਰ ਦੇ ਬਾਰੇ ਇਸ ਤੋਂ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ। ਥੈਂਕ ਯੂ ਸੋ ਮਚ।